ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਬੀਰ ਸਿੰਘ ਜੀ ਕੌੜਾ ਜੀ ਦੀ ਰਚਨਾ ਤੇ ਸਿੱਖ ਵੀ ਨਿਕਲਿਆ ਗਿਆ। ਭਾਗ 32ਵਾਂ। ਸਿਰਲੇਖ ਕਸ਼ਮੀਰ ਦਾ ਸਿੱਖ ਵੀ ਸੰਕਟ ਵਿੱਚ। ਕਸ਼ਮੀਰ ਸਮੱਸਿਆ ਹੁਣ ਉਸ ਪੜਾਅ ਤੇ ਪਹੁੰਚ ਗਈ ਹੈ ਜਿਸ ਪੜਾਅ ਤੇ ਜਾਂ ਤੇ ਰਾਜੀਨਾਮਾ ਹੋ ਜਾਂਦਾ ਹੈ ਤੇ ਜਾਂ ਦੋਹਾਂ ਵਿੱਚੋਂ ਇੱਕ ਪਾਰਟੀ ਭਗੌੜਾ ਹੋ ਜਾਂਦੀ ਹੈ। ਜੇ ਸਕੂਲ ਵਿੱਚ ਦੋ ਪੜ੍ਹਦੇ ਬੱਚੇ ਲੜਦੇ ਇੱਕ ਦੂਜੇ ਦੇ ਵਾਲ ਫੜ ਲੈਣ ਤਾਂ ਫਿਰ ਦੋਵੇਂ ਹੀ ਇੱਕ ਦੂਜੇ ਨੂੰ ਕਹਿੰਦੇ ਹਨ, ਤੂੰ ਮੇਰੇ ਵਾਲ ਪਹਿਲਾਂ ਕਿਉਂ ਫੜੇ? ਦੂਸਰਾ ਕਹਿੰਦਾ, ਪਹਿਲਾਂ ਤੂੰ ਫੜੇ ਸੀ। ਜੇ ਕੋਈ ਛਡਾਉਣ ਆ ਜਾਵੇ ਤਾਂ ਇੱਕ ਕਹਿੰਦਾ ਹੈ ਪਹਿਲਾਂ ਦੂਜਾ ਵਾਲ ਛੱਡੇ ਤੇ ਦੂਜਾ ਕਹਿੰਦਾ ਹੈ ਪਹਿਲਾ ਵਾਲ ਛੱਡੇ। ਰਮਜ਼ਾਨ ਦੇ ਦਿਨਾਂ ਵਿੱਚ ਭਾਰਤ ਸਰਕਾਰ ਨੇ ਇੱਕ ਤਰਫਾ ਯੁੱਧਬੰਦੀ ਦਾ ਐਲਾਨ ਕਰ ਦਿੱਤਾ। ਸੰਨ 2000 ਵਿੱਚ ਇਹ ਰਿਆਇਤ ਭਾਰਤ ਸਰਕਾਰ ਨੇ ਪਹਿਲੀ ਵਾਰੀ ਕਸ਼ਮੀਰੀ ਖਾੜਕੂਆਂ ਨੂੰ ਦਿੱਤੀ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰ ਦਾ ਸਾਰਾ ਜ਼ੋਰ ਲੱਗ ਚੁੱਕਾ ਹੈ। ਰੋਜ਼ ਦਾ ਕਰੋੜਾਂ ਰੁਪਏ ਦਾ ਖਰਚਾ ਹੈ। ਹੁਣ ਤੱਕ ਜਿੰਨਾ ਖਰਚਾ ਕਸ਼ਮੀਰ ਵਿੱਚ ਹੋ ਚੁੱਕਾ ਹੈ, ਇੰਨੇ ਪੈਸੇ ਨਾਲ 30 ਭਾਖੜਾ ਡੈਮ ਬਣ ਸਕਦੇ ਸਨ। ਪਰ ਹਿੰਦੁਸਤਾਨ ਦੀ ਬਦਕਿਸਮਤੀ ਇਹ ਹੈ ਕਿ ਇੱਥੇ ਸਿਆਣੀ ਗੱਲ ਕੋਈ ਨਹੀਂ ਕਰਦਾ। ਜਿਹੜੀ ਹਿੰਦੂ ਸੋਚ ਪ੍ਰਧਾਨ ਮੰਤਰੀ ਦੀ ਹੁੰਦੀ ਹੈ, ਉਹ ਹੀ ਇੱਥੋਂ ਦੇ ਚਪੜਾਸੀ ਦੀ ਵੀ ਹੁੰਦੀ ਹੈ। ਜਿਵੇਂ ਚਪੜਾਸੀ ਸੋਚਦਾ ਹੈ, ਉਸੇ ਤਰ੍ਹਾਂ ਦਾ ਬਿਆਨ ਪ੍ਰਧਾਨ ਮੰਤਰੀ ਦਿੰਦਾ ਹੈ। ਹੁਣ ਇੱਕ ਰੱਟ ਹਿੰਦੁਸਤਾਨ ਦੇ ਸਾਰੇ ਹਿੰਦੂਆਂ ਨੇ ਇਹ ਲਾਈ ਹੋਈ ਹੈ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਤੇ ਅਸੀਂ ਕਿਸੇ ਕੀਮਤ ਤੇ ਵੀ ਇਹ ਵੱਖ ਨਹੀਂ ਹੋਣ ਦੇਣਾ। ਹੁਣ ਇਹਨਾਂ ਨੂੰ ਕੋਈ ਇਹ ਪੁੱਛੇ ਕਿ ਇਹ ਅਟੁੱਟ ਅੰਗ ਕਿਵੇਂ ਹੈ? 1947 ਵਿੱਚ ਦੇਸ਼ ਦੀ ਵੰਡ ਵੇਲੇ ਤੋਂ ਹੀ ਇਹ ਝਗੜੇ ਵਾਲਾ ਹੈ। ਜਿੰਨਾ ਤੱਕ ਹਿੰਦੁਸਤਾਨ ਜਤਾਉਂਦਾ ਹੈ, ਜਿੰਨਾ ਹੱਕ ਹਿੰਦੁਸਤਾਨ ਜਤਾਉਂਦਾ ਹੈ, ਉਸ ਤੋਂ ਵੀ ਵੱਧ ਪਾਕਿਸਤਾਨ ਜਤਾਉਂਦਾ ਹੈ। ਪਾਕਿਸਤਾਨ ਹਿੰਦੁਸਤਾਨ ਨਾਲੋਂ ਜ਼ਿਆਦਾ ਸੱਚਾ ਲੱਗਦਾ ਹੈ, ਕਿਉਂਕਿ ਜਦੋਂ ਅੰਗਰੇਜ਼ਾਂ ਨੇ ਅਣਵੰਡਿਆ ਮੁਲਕ ਛੱਡਣ ਦਾ ਇਰਾਦਾ ਕਰ ਲਿਆ ਤਾਂ ਅਗਾਊਂ ਹੀ ਦੱਸ ਦਿੱਤਾ ਸੀ ਕਿ 1948 ਦੇ ਅਖੀਰ ਤੱਕ ਅੰਗਰੇਜ਼ ਆਪਣਾ ਰਾਜ ਭਾਗ ਛੱਡ ਕੇ ਸੱਤਾ ਇੱਥੋਂ ਦੇ ਲੀਡਰਾਂ ਨੂੰ ਸੌਂਪ ਕੇ ਚਲੇ ਜਾਣਗੇ। ਜੰਗੀ ਲਾਰਡ ਐਟਲੀ ਨੂੰ ਸਾਰਾ ਪ੍ਰਬੰਧ ਕਰਨ ਦਾ ਕੰਮ ਸੌਂਪਿਆ ਗਿਆ, ਪਰ ਇਹ ਕੰਮ 1947 ਤੱਕ ਹੀ ਨੇਪਰੇ ਚੜ੍ਹ ਗਿਆ, ਕਿਉਂਕਿ ਹਾਲਾਤ ਹੀ ਕੁਝ ਐਸੇ ਬਣ ਚੁੱਕੇ ਸਨ ਕਿ ਹਰਿਆਣੇ ਦੀ ਕਹਾਵਤ ਵਾਂਗ ਫੁੱਫੀ ਜਾਊ ਕਰੇ ਥੀ ਫੂਫਾ ਲੈਣ ਆ ਗਿਆ ਵਾਂਗ ਅੰਗਰੇਜ਼ ਜਲਦੀ ਤੋਂ ਜਲਦੀ ਭਾਰਤ ਛੱਡ ਜਾਣਾ ਚਾਹੁੰਦੇ ਸੀ ਤੇ ਨਹਿਰੂ ਅਤੇ ਮੁਹੰਮਦ ਅਲੀ ਜਿਨ੍ਹਾਂ ਗੱਦੀਆਂ ਸਾਂਭਣ ਨੂੰ ਮੁੱਠਾਂ ਵਿੱਚ ਥੁੱਕੀ ਫਿਰਦੇ ਸਨ। ਸੋ ਰਾਜ ਭਾਗ ਸਾਂਭਣ ਦਾ ਵੇਲਾ 1 ਸਾਲ ਪਹਿਲਾਂ ਆ ਗਿਆ। ਰਿਆਸਤਾਂ ਕਿਸ ਤਰੀਕੇ ਨਾਲ ਤੇ ਕਿਹੜੇ ਮੁਲਕ ਨਾਲ ਰਲਣਗੀਆਂ ਵੀ ਕਿ ਨਹੀਂ, ਇਹ ਫੈਸਲਾ ਰਿਆਸਤਾਂ ਨੇ ਤੇ ਹੀ ਛੱਡ ਦਿੱਤਾ ਗਿਆ। ਬਾਕੀ ਸਾਰੀਆਂ ਰਿਆਸਤਾਂ ਤਾਂ ਜਿਵੇਂ ਕਿਵੇਂ ਭਾਰਤ ਦੇ ਕਾਬੂ ਆ ਗਈਆਂ। ਜਿਹੜੀਆਂ ਰਿਆਸਤਾਂ ਹਿੰਦੁਸਤਾਨ ਦੇ ਵਿਚਕਾਰ ਸਨ, ਉਹਨਾਂ ਨੇ ਕਿਹੜੀ ਮਾਂ ਕੋਲ ਜਾਣਾ ਸੀ? ਉਹ ਤਾਂ ਚੁੱਪਚਾਪ ਹੀ ਮੰਨ ਗਏ। ਥੋੜ੍ਹੀ ਬਹੁਤ ਚੂੰ ਚਰਾਂ ਪਟਿਆਲਾ ਰਿਆਸਤ ਦੀ ਹੋਈ, ਉਹ ਸਰਦਾਰ ਪਟੇਲ ਨੇ ਪਿਸਟਲ ਪੁਆਇੰਟ ਨਾਲ ਸ਼ੁੱਧ ਕਰ ਲਈ। ਮੋਟਾ ਝਗੜਾ ਦੋ ਰਿਆਸਤਾਂ ਦਾ ਸੀ, ਜੰਮੂ ਕਸ਼ਮੀਰ ਤੇ ਹੈਦਰਾਬਾਦ। ਹੈਦਰਾਬਾਦ ਦਾ ਰਾਜਾ ਮੁਸਲਮਾਨ ਸੀ ਪਰ ਬਹੁ ਗਿਣਤੀ ਵੱਸੋਂ ਹਿੰਦੂ ਸੀ। ਇੱਧਰ ਜੰਮੂ ਕਸ਼ਮੀਰ ਦੀ ਬਹੁਤੀ ਵੱਸੋਂ ਮੁਸਲਮਾਨ ਸੀ ਪਰ ਰਾਜਾ ਹਿੰਦੂ ਸੀ। ਜੇ ਤਾਂ ਰਾਜਿਆਂ ਦੀ ਮਰਜ਼ੀ ਨਾਲ ਕਿਸੇ ਰਿਆਸਤ ਨੇ ਕਿਸੇ ਦੇਸ਼ ਨਾਲ ਰਲਣਾ ਸੀ, ਫਿਰ ਹੈਦਰਾਬਾਦ ਨੇ ਪਾਕਿਸਤਾਨ ਨਾਲ ਤੇ ਜੰਮੂ ਕਸ਼ਮੀਰ ਨੇ ਭਾਰਤ ਨਾਲ ਰਲਣਾ ਸੀ। ਬਸ ਇੱਥੇ ਹੀ ਗੜਬੜ ਹੋਈ। ਬਾਣੀਆਂ ਬੁੱਧੀ ਨੇ ਚਿੱਤ ਵੀ ਮੇਰੀ, ਪੱਟ ਵੀ ਮੇਰੀ, ਪੱਤਾ ਵੀ ਮੇਰਾ, ਮੇਰੇ ਬਾਪ ਦਾ ਵਾਂਗ ਹੈਦਰਾਬਾਦ ਬਾਰੇ ਕਿਹਾ ਕਿ ਨਵਾਬ ਹੈਦਰਾਬਾਦ ਮੁਸਲਮਾਨ ਹੈ, ਪਰ ਕਿਉਂਕਿ ਵੱਸੋਂ ਜ਼ਿਆਦਾ ਹਿੰਦੂ ਹੈ ਇਸ ਲਈ ਭਾਰਤ ਵਿੱਚ ਰਲਣਾ ਚਾਹੀਦਾ ਹੈ। ਇਹ ਕਹਿ ਕੇ ਇਸ ਨੂੰ ਭਾਰਤ ਨਾਲ ਮਿਲਾ ਲਿਆ ਗਿਆ
ਉਧਰ ਕਸ਼ਮੀਰ ਬਾਰੇ ਕਿਹਾ ਗਿਆ, ਪ੍ਰਜਾ ਭਾਵੇਂ ਬਹੁਤੀ ਮੁਸਲਮਾਨ ਹੈ ਪਰ ਰਾਜਾ ਹਰੀ ਸਿੰਘ ਹਿੰਦੂ ਹੈ, ਇਸ ਲਈ ਜੰਮੂ ਕਸ਼ਮੀਰ ਵੀ ਭਾਰਤ ਦਾ ਹੈ। ਹੁਣ ਇਸ ਦਾ ਕੋਈ ਵੀ ਨਿਆਂ ਕਰੇ ਭਾਰਤ ਨੂੰ ਗਲਤ ਕਹੇਗਾ। ਦੇਸ਼ ਦੀ ਵੰਡ ਵੇਲੇ ਤੋਂ ਹੀ ਇਹ ਇਲਾਕਾ ਝਗੜੇ ਵਾਲਾ ਹੈ। ਜਿਹੜਾ ਮਹਾਤਮਾ ਗਾਂਧੀ ਅਹਿੰਸਾ ਪਰਮੋ ਧਰਮਾਂ ਦਾ ਪੁਜਾਰੀ ਸੀ, ਉਸਨੇ ਬੰਬਾਰੀ ਕਰਨ ਵਿੱਚ ਚੱਲੇ ਜਹਾਜ਼ਾਂ ਦੇ ਪਾਇਲਟਾਂ ਨੂੰ ਆਪ ਆਸ਼ੀਰਵਾਦ ਦਿੱਤੀ ਤੇ ਕਿਹਾ ਵਿਜਯੀ ਭਵਾ। 1952 ਵਿੱਚ ਨਹਿਰੂ ਨੇ ਆਲ ਇੰਡੀਆ ਰੇਡੀਓ ਤੋਂ ਬਿਆਨ ਦਿੱਤਾ ਕਿ ਕਸ਼ਮੀਰ ਦੇ ਲੋਕਾਂ ਨੂੰ ਹੱਕੇ ਖੁਦ ਇਰਾਦੀਅਤ ਅਰਥਾਤ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਅਧਿਕਾਰ ਦਿੱਤਾ ਜਾਵੇਗਾ। ਜਿੰਨਾ ਚਿਰ ਤੱਕ ਐਸਾ ਪ੍ਰਬੰਧ ਨਹੀਂ ਹੋ ਜਾਂਦਾ, ਧਾਰਾ 370 ਲਾਗੂ ਰਹੇਗੀ, ਜੋ ਅਜੇ ਵੀ ਲਾਗੂ ਹੈ। ਜੰਮੂ ਕਸ਼ਮੀਰ ਦਾ ਕੇਸ UNO ਵਿੱਚ ਪਿਆ ਹੈ। UNO ਦੀਆਂ ਗੱਡੀਆਂ ਚਿੱਟੇ ਝੰਡੇ ਲਾਈ ਅੱਜ ਵੀ ਕਸ਼ਮੀਰ ਵਿੱਚ ਘੁੰਮਦੀਆਂ ਫਿਰਦੀਆਂ ਹਨ। ਕਈ ਹਿੰਦੂ ਕਹਿੰਦੇ ਹਨ ਕਸ਼ਮੀਰ ਵਿੱਚ ਵਿਲੋ ਦੀ ਲੱਕੜੀ ਪੈਦਾ ਹੁੰਦੀ ਹੈ, ਜਿਸ ਦੇ ਕ੍ਰਿਕਟ ਖੇਡਣ ਵਾਲੇ ਬੈਟ ਤੇ ਹੋਰ ਖੇਡਾਂ ਦਾ ਸਮਾਨ ਬਣਦਾ ਹੈ। ਇਸ ਲਈ ਇਹ ਪਾਕਿਸਤਾਨ ਨੂੰ ਕਿਵੇਂ ਦਿੱਤਾ ਜਾ ਸਕਦਾ ਹੈ? ਬੰਦਾ ਇਹਨਾਂ ਮੂਰਖਾਂ ਨੂੰ ਪੁੱਛੇ ਕਿ ਜਿੰਨੇ ਦੀ ਵਿਲੋ ਲੱਕੜ ਪੈਦਾ ਹੁੰਦੀ ਹੈ, ਉਸ ਤੋਂ 100 ਗੁਣਾ ਵੱਧ ਤਾਂ ਫੌਜ ਦਾ ਖਰਚਾ ਹੈ। ਰੋਜ਼ 20-20, 30-30 ਬੰਦੇ ਮਰਨ ਦੀ ਔਸਤ ਹੈ। ਉੱਥੇ ਦੇ ਲੋਕਾਂ ਦਾ ਬੇੜਾ ਗਰਕ ਹੋ ਚੁੱਕਾ ਹੈ। ਫੌਜ ਉੱਥੇ ਮਨਮਾਨੀਆਂ ਕਰਦੀ ਹੈ। ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉੱਥੋਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਲਈ ਤੇ ਫੌਜ ਦੇ ਅਰਧ ਫੌਜੀ ਬਲਾਂ ਦੀਆਂ ਵਧੀਕੀਆਂ ਜਾਣਨ ਲਈ ਸ਼੍ਰੀਨਗਰ ਦਾ ਦੌਰਾ ਕੀਤਾ ਤਾਂ ਮੈਂ ਵੀ ਨਾਲ ਸਾਂ। ਕਸ਼ਮੀਰੀ ਔਰਤਾਂ ਨੇ ਆਪਣੇ ਤੇ ਹੋਏ ਜ਼ੁਲਮ ਦੱਸੇ, ਜਿਸ ਨਾਲ ਕੰਧਾਂ ਵੀ ਕੰਬਦੀਆਂ ਸਨ। ਕੁਝ ਔਰਤਾਂ ਜੋ ਇੱਕ ਵਾਕਿਆ ਦੀਆਂ ਚਸ਼ਮਦੀਦ ਗਵਾਹ ਸਨ ਨੇ ਰੋ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਦੱਸਿਆ ਕਿ ਕਸ਼ਮੀਰ ਦੇ ਲਾਲ ਚੌਂਕ ਦੇ ਸਾਹਮਣੇ ਵਾਲੇ ਬਾਜ਼ਾਰ ਵਿੱਚ ਸਿੱਖ ਫੌਜੀ ਤਾਇਨਾਤ ਸਨ। ਇੱਕ ਫੌਜੀ ਨੇ ਦੂਜੇ ਫੌਜੀ ਨਾਲ ਨਿਸ਼ਾਨਾ ਕਿਹਦਾ ਚੰਗਾ ਹੈ ਦੀ ਸ਼ਰਤ ਲਾਈ ਤੇ ਦੋਵੇਂ ਸਿੱਖ ਫੌਜੀ ਨਿਸ਼ਾਨਾ ਖੇਡਣ ਲੱਗ ਪਏ। ਉੱਪਰਲੀ ਮੰਜ਼ਲ ਦੀ ਬਾਰੀ ਵਿੱਚ ਆਪਣੇ ਘਰ ਖਲੋਤੇ ਇੱਕ ਕਸ਼ਮੀਰੀ ਤੇ ਪਹਿਲੇ ਫੌਜੀ ਨੇ ਨਿਸ਼ਾਨਾ ਲਾਇਆ, ਪਰ ਉਹ ਨਾ ਲੱਗਾ ਕਿਉਂਕਿ ਬਾਰੀ ਵਿੱਚ ਖਲੋਤਾ ਬੰਦਾ ਕੁਦਰਤੀ ਹੀ ਪਿਛਾਂਹ ਹੋ ਗਿਆ ਸੀ। ਗੋਲੀ ਦੀ ਆਵਾਜ਼ ਸੁਣ ਕੇ ਉਹੀ ਕਸ਼ਮੀਰੀ ਦੂਜੀ ਬਾਰੀ ਖਲੋ ਕੇ ਵੇਖਣ ਲੱਗਾ ਕਿ ਗੋਲੀ ਕਿਹਨੇ ਤੇ ਕਿਉਂ ਚਲਾਈ ਹੈ। ਉਹਨੇ ਚਿਰ ਨੂੰ ਦੂਜੇ ਫੌਜੀ ਦੀ ਵਾਰੀ ਸੀ। ਉਸਨੇ ਨਿਸ਼ਾਨਾ ਲਾਇਆ। ਕਸ਼ਮੀਰੀ ਲੁੜਕ ਕੇ ਸਮੇਤ ਜੰਗਲਾਂ ਥੱਲੇ ਬਾਜ਼ਾਰ ਵਿੱਚ ਆ ਡਿੱਗਾ। ਬਾਕੀ ਸਿੱਖ ਫੌਜੀਆਂ ਨੇ ਠੀਕ ਨਿਸ਼ਾਨਾ ਮਾਰਨ ਵਾਲੇ ਫੌਜੀ ਨੂੰ ਸ਼ਾਬਾਸ਼ ਦਿੱਤੀ ਤੇ ਖੁਸ਼ ਹੋਏ। ਉਸ ਕਸ਼ਮੀਰੀ ਦਾ ਪੰਚਨਾਮਾ ਇਹ ਬਣਿਆ ਕਿ ਇਹ ਥੱਲੇ ਬਾਜ਼ਾਰ ਵਿੱਚ ਘੁੰਮ ਰਿਹਾ ਸੀ। ਕਸ਼ਮੀਰ ਦੀਆਂ ਖਬਰਾਂ ਵਿੱਚ ਟੀਵੀ ਵੇਖਿਆ ਰੌਂਗਟੇ ਖੜੇ ਹੋ ਜਾਂਦੇ ਹਨ ਕਿ ਕਿਸ ਤਰ੍ਹਾਂ ਸਿੱਖ ਫੌਜੀ ਤੇ BSF ਵਾਲੇ ਬੁਰਕੋਪੋਸ਼ ਕਸ਼ਮੀਰੀ ਔਰਤਾਂ ਨੂੰ ਵਾਲਾਂ ਤੋਂ ਫੜ ਕੇ ਕੰਧਾਂ ਵਿੱਚ ਮਾਰਦੇ ਹਨ। ਔਰਤਾਂ ਦੇ ਢਿੱਡ ਵਿੱਚ ਲੱਤਾਂ ਮਾਰਨੀਆਂ ਤੇ ਬੇਰਹਿਮੀ ਨਾਲ ਕਸ਼ਮੀਰੀਆਂ ਨੂੰ ਕੁੱਟਣਾ ਸਿੱਖ ਫੌਜੀਆਂ ਦਾ ਨਿੱਤ ਦਾ ਕੰਮ ਹੈ। ਉਹਨਾਂ ਦੇ ਇਹ ਕਾਰੇ ਭਾਰਤੀ ਮੀਡੀਆ ਜਾਣ ਕੇ ਟੀਵੀ ਤੇ ਬਾਰ-ਬਾਰ ਦਿਖਾਉਂਦਾ ਹੈ ਤਾਂ ਕਿ ਕਸ਼ਮੀਰ ਦੇ ਲੋਕਾਂ ਨੂੰ ਸਿੱਖਾਂ ਨਾਲ ਨਫ਼ਰਤ ਹੋ ਜਾਵੇ। ਸਰਕਾਰ ਨੇ ਜਾਣ-ਬੁੱਝ ਕੇ ਕਸ਼ਮੀਰ ਵਿੱਚ ਵਸਣ ਵਾਲੇ ਸਿੱਖਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ, ਪਰ ਹੋਮਗਾਰਡ ਅਤੇ SPO ਸਪੈਸ਼ਲ ਪੁਲਿਸ ਅਫਸਰ ਦੀ ਭਰਤੀ ਵਿੱਚ 100 ਵਿੱਚੋਂ 53 ਬੰਦੇ ਸਿੱਖ ਭਰਤੀ ਕੀਤੇ ਹਨ। SPO ਦੇ ਭਾਰੀ ਭਰਕਮ ਨਾਂ ਤੋਂ ਇਸ ਤਰ੍ਹਾਂ ਦਾ ਭੁਲੇਖਾ ਪੈਂਦਾ ਹੈ ਕਿ ਸਿੱਖਾਂ ਨੂੰ ਸ਼ਾਇਦ ਅਫਸਰ ਭਰਤੀ ਕਰ ਲਿਆ ਗਿਆ ਹੈ, ਪਰ ਨਹੀਂ। ਇਹਨਾਂ ਦੀ ਦਿਹਾੜੀ 30 ਰੁਪਏ ਰੋਜ਼ ਹੁੰਦੀ ਹੈ ਤੇ ਇਹਨਾਂ ਨੂੰ ਡਰਿਲ ਪ੍ਰੈਕਟਿਸ ਵਾਲੀਆਂ ਨਕਮੀਆਂ ਤੇ ਡੰਮੀ 303 ਬੋਰ ਦੀਆਂ ਰਾਈਫਲਾਂ ਦਿੱਤੀਆਂ ਜਾਂਦੀਆਂ ਹਨ ਤੇ ਕਾਂ ਉਡਾਉਣ ਵਾਲੇ ਡਰਾਉਣਿਆਂ ਵਾਂਗ ਚੌਂਕਾਂ ਵਿੱਚ ਖੜਾ ਕਰ ਦਿੱਤਾ ਜਾਂਦਾ ਹੈ। ਕਸ਼ਮੀਰੀ ਸਿੱਖਾਂ ਨੇ ਮਰਨ ਲਈ ਇਸ ਤਰ੍ਹਾਂ ਦੇ ਕੰਮ ਕਰਕੇ ਆਪਣੀਆਂ ਕਬਰਾਂ ਆਪ ਪੁੱਟਣੀਆਂ ਸ਼ੁਰੂ ਕਰ ਲਈਆਂ ਹਨ। ਜਿਸ ਪਿੰਡ ਵਿੱਚ 35 ਸਿੱਖ ਮਾਰੇ ਗਏ ਸਨ, ਉਸ ਪਿੰਡ ਵਿੱਚ ਇੱਕ ਸਰਪੰਚ ਨੇ ਕੁਝ ਦਿਨ ਪਹਿਲਾਂ ਹੀ ਭਾਰਤੀ ਫੌਜ ਦੀ ਪਰੇਡ ਕਰਵਾਈ ਸੀ ਤੇ ਇੱਕ ਸਿੱਖ ਇੰਟੈਲੀਜੈਂਸ ਬਿਊਰੋ ਵਾਲੇ ਨੇ ਖੂਨੀ ਵਾਕਿਆ ਤੋਂ 4 ਕੁ ਦਿਨ ਪਹਿਲਾਂ ਕੁਝ ਖਾੜਕੂ ਨੌਜਵਾਨ ਮਰਵਾ ਦਿੱਤੇ ਸਨ।
ਹਲਕੀ ਹਲਕੀ ਉਮਰ ਦੇ ਉਹ ਨੌਜਵਾਨ ਖਾੜਕੂ ਉਹਨਾਂ ਪਿੰਡਾਂ ਵਾਲਿਆਂ ਨਾਲ ਹੀ ਕ੍ਰਿਕਟ ਖੇਡਦੇ ਰਹਿੰਦੇ ਸਨ। ਕਦੇ ਵੀ ਕਿਸੇ ਕਸ਼ਮੀਰੀ ਖਾੜਕੂ ਨੌਜਵਾਨ ਨੇ ਕਿਸੇ ਸਿੱਖ ਦਾ ਕੋਈ ਨੁਕਸਾਨ ਨਹੀਂ ਸੀ ਕੀਤਾ। ਸਿੱਖਾਂ ਨੂੰ ਵੀ ਉਹਨਾਂ ਨੌਜਵਾਨਾਂ ਤੋਂ ਕਦੀ ਕੋਈ ਸ਼ਿਕਾਇਤ ਨਹੀਂ ਸੀ, ਪਰ ਭਾਰਤੀ ਹੇਜ ਵਾਲੇ ਕੁਝ ਸਿੱਖਾਂ ਨੇ ਸਾਰੇ ਕਸ਼ਮੀਰ ਦੇ ਸਿੱਖਾਂ ਨੂੰ ਦਾਅ 'ਤੇ ਲਾ ਦਿੱਤਾ। ਜਦੋਂ ਭਾਈ ਰਣਜੀਤ ਸਿੰਘ ਜਥੇਦਾਰ ਅਕਾਲ ਤਖਤ ਤੇ ਸਰਦਾਰ ਗੁਰਚਰਨ ਸਿੰਘ ਟੌੜਾ ਚਿੱਠੀ ਸਿੰਘਪੁਰਾ ਵਿੱਚ ਪਿੰਡ ਵਿੱਚ 35 ਸਿੱਖਾਂ ਦੇ ਭੋਗ ਤੇ ਗਏ ਤਾਂ ਉਹਨਾਂ ਨੇ ਪੁੱਛਿਆ ਕਿ ਜੇ ਸਰਕਾਰ ਨੇ ਨੌਕਰੀਆਂ ਦੇਣੀਆਂ ਹੀ ਹਨ ਤਾਂ ਇਹਨਾਂ ਨੂੰ ਆਰਜ਼ੀ ਮਾਮੂਲੀ ਨੌਕਰੀਆਂ ਤੇ ਕਿਉਂ ਰੱਖਿਆ ਜਾ ਰਿਹਾ ਹੈ। ਕਿ ਸਿੱਖਾਂ ਨੂੰ ਕਸ਼ਮੀਰ ਵਿੱਚ ਬਾਕੀ ਮਹਿਕਮਿਆਂ ਵਿੱਚ ਵੀ 53% ਦੇ ਹਿਸਾਬ ਨਾਲ ਹੀ ਨੌਕਰੀਆਂ ਦਿੱਤੀਆਂ ਜਾਣਗੀਆਂ। ਜੇ ਐਸਾ ਨਹੀਂ ਤਾਂ ਫਿਰ ਇਹਨਾਂ ਨੂੰ ਚਾਰੇ ਦੇ ਰੂਪ ਵਿੱਚ ਕਿਉਂ ਵਰਤਿਆ ਜਾ ਰਿਹਾ ਹੈ। ਇਸ ਗੱਲ ਦਾ ਸਟੇਜ ਤੇ ਬੈਠੇ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਤੇ ਕਸ਼ਮੀਰ ਦੇ ਮੁੱਖ ਮੰਤਰੀ ਫਾਰੂਕ ਅਬਦੁੱਲੇ ਕੋਲ ਕੋਈ ਜਵਾਬ ਨਹੀਂ ਸੀ। ਜਦੋਂ ਕਸ਼ਮੀਰੀ ਸਿੱਖਾਂ ਨੇ ਕਿਹਾ ਕਿ ਸਾਨੂੰ ਕਸ਼ਮੀਰ ਵਿੱਚੋਂ ਕੱਢੋ, ਇੱਥੇ ਸਾਡੀ ਜ਼ਿੰਦਗੀ ਨੂੰ ਖਤਰਾ ਹੈ, ਤਾਂ ਭਾਈ ਰਣਜੀਤ ਸਿੰਘ ਜੀ ਨੇ ਪੁੱਛਿਆ, ਅੱਜ ਸਿੱਖ ਦੀ ਜ਼ਿੰਦਗੀ ਨੂੰ ਖਤਰਾ ਕਿੱਥੇ ਨਹੀਂ? ਦਿੱਲੀ, ਕਾਨਪੁਰ, ਬੋਕਾਰੋ ਤੇ ਹੋਰ ਭਾਰਤੀ ਸ਼ਹਿਰ ਕੀ ਸਿੱਖਾਂ ਲਈ ਬਹੁਤ ਸੁਰੱਖਿਅਤ ਹਨ? ਜੇ ਭਾਰਤ ਦੀ ਰਾਜਧਾਨੀ ਵਿੱਚ ਸਿੱਖਾਂ ਨੂੰ ਮਿੱਟੀ ਦਾ ਤੇਲ ਪਾ ਕੇ ਲੁਹਿਆ ਜਾ ਸਕਦਾ ਹੈ ਤਾਂ ਦਿੱਲੀ ਤੋਂ ਚੰਗਾ ਕਿਹੜਾ ਥਾਂ ਹੈ ਜਿੱਥੇ ਤੁਹਾਨੂੰ ਲੈ ਜਾਈਏ? ਪੰਜਾਬ ਵਿੱਚ ਤਾਂ ਪਹਿਲਾਂ ਹੀ ਹਨੇਰੀ ਝੁੱਲ ਰਹੀ ਹੈ ਤੇ ਹਜ਼ਾਰਾਂ ਸਿੱਖ ਨੌਜਵਾਨ ਪੁਲਿਸ ਤੇ ਅਰਧ ਫੌਜੀ ਬਲਾਂ ਦਾ ਖਾਜਾ ਬਣ ਚੁੱਕੇ ਹਨ। ਕਸ਼ਮੀਰੀ ਲੋਕਾਂ ਨੇ ਇੱਕ ਫੈਸਲਾ ਕੀਤਾ ਕਿ ਪੰਚਾਇਤ ਚੋਣਾਂ ਦਾ ਬਾਈਕਾਟ ਕੀਤਾ ਜਾਵੇ, ਪਰ ਹੈਰਾਨੀ ਇਹ ਹੋਈ ਕਿ ਸਿੱਖ ਸਰਪੰਚੀ ਤੇ ਪੰਚੀ ਦੇ ਉਮੀਦਵਾਰ ਦੇ ਤੌਰ ਤੇ ਖੜੇ ਹੋ ਗਏ ਤੇ ਇੱਕ ਤਰ੍ਹਾਂ ਇੱਕ ਦੋ ਵੋਟਾਂ ਨਾਲ ਜਿੱਤ ਵੀ ਗਏ। ਕਿ ਇਹ ਸਿੱਖਾਂ ਦੇ ਮਰਨ ਦੇ ਮਸਾਲੇ ਨਹੀਂ? ਸਿੱਖ ਫੌਜੀ ਜੋ ਕੁਝ ਦੂਜੇ ਸੂਬਿਆਂ ਵਿੱਚ ਉੱਥੋਂ ਦੇ ਲੋਕਾਂ ਅਤੇ ਔਰਤਾਂ ਨਾਲ ਕਰਦੇ ਹਨ, ਉਹ ਕੁਝ ਹੀ ਦੂਸਰੇ ਸੂਬਿਆਂ ਦੇ ਫੌਜੀ ਅਤੇ CRP ਵਾਲੇ ਪੰਜਾਬ ਆ ਕੇ ਸਿੱਖਾਂ ਨਾਲ ਕਰਦੇ ਹਨ। ਸਿੱਖ ਫੌਜੀਆਂ ਨੇ ਅਸਾਮ, ਨਾਗਾਲੈਂਡ ਤੇ ਬੰਗਲਾਦੇਸ਼ ਦੀ ਸਰਹੱਦ ਤੇ ਵੀ ਕੋਈ ਘੱਟ ਖਰਮਸਤੀਆਂ ਨਹੀਂ ਕੀਤੀਆਂ। ਅਜੇ ਥੋੜੇ ਦਿਨ ਪਹਿਲਾਂ ਦੀ ਹੀ ਗੱਲ ਹੈ ਕਿ 17 ਸਿੱਖ ਫੌਜੀ ਜੋ ਅਸਾਮ ਸਰਹੱਦ ਤੇ ਤਾਇਨਾਤ ਸਨ, ਬੰਗਲਾਦੇਸ਼ ਦੇ ਪਿੰਡਾਂ ਵਿੱਚ ਤੱਤਾ ਉਬਲਦਾ ਪਾਣੀ ਪਾ ਕੇ ਲੂਹੇ ਗਏ ਸਨ। ਇਹਨਾਂ ਦੀਆਂ ਲਾਸ਼ਾਂ ਪੰਜਾਬ ਤੱਕ ਆਉਣ ਦੀ ਹਾਲਤ ਵਿੱਚ ਵੀ ਨਹੀਂ ਸਨ। ਇਹ ਲੋਕ ਬਹੁਤ ਹੀ ਬੇਰਹਿਮੀ ਨਾਲ ਮਾਰੇ ਗਏ ਸਨ। ਸਰਕਾਰ ਨੇ ਤਾਂ ਇਸ ਹਾਦਸੇ ਦੀ ਧੁੱਖ ਨਹੀਂ ਕੱਢੀ, ਪਰ ਪਤਾ ਲੱਗਾ ਹੈ ਕਿ ਇਹ ਫੌਜੀ ਰੋਜ਼ ਬੰਗਲਾਦੇਸ਼ ਦੀ ਹੱਦ ਵਿਚਲੇ ਪਿੰਡਾਂ ਵਿੱਚ ਜਾ ਵੜਦੇ ਤੇ ਔਰਤਾਂ ਨਾਲ ਖੇ ਖਰਾਬੀ ਕਰਦੇ ਸਨ। ਕਦੇ ਉਹਨਾਂ ਨੂੰ ਕੁਝ ਪੈਸੇ ਦੇ ਦਿੰਦੇ ਸਨ, ਪਰ ਅਖੀਰ ਜਦੋਂ ਬੰਗਾਲੀਆਂ ਦੀ ਬਰਦਾਸ਼ਤ ਤੋਂ ਬਾਹਰ ਹੋ ਗਈ ਤਾਂ ਉਹਨਾਂ ਨੇ ਬੰਗਲਾਦੇਸ਼ ਰਾਈਫਲਸ ਦੀ ਮਦਦ ਨਾਲ 17 ਸਿੱਖ ਫੌਜੀ ਬੇਰਹਿਮੀ ਨਾਲ ਮਾਰ ਦਿੱਤੇ। ਕਸ਼ਮੀਰ ਵਿੱਚ ਵੀ ਸਿੱਖ ਫੌਜੀਆਂ ਨੇ ਕਸ਼ਮੀਰੀ ਲੋਕਾਂ ਤੇ ਖਾਸ ਕਰ ਔਰਤਾਂ ਤੇ ਘੱਟ ਜ਼ੁਲਮ ਨਹੀਂ ਕੀਤੇ। ਔਰਤਾਂ ਦੇ ਢਿੱਡਾਂ ਵਿੱਚ ਲੱਤਾਂ ਮਾਰਨਾ ਆਮ ਗੱਲ ਹੈ। ਘੇਰਾ ਪਾਇਆ ਜਾਂਦਾ ਹੈ, ਬੰਦੇ ਸਾਰੇ ਬਾਹਰ ਕੱਢ ਦਿੱਤੇ ਜਾਂਦੇ ਹਨ। ਪੂਰਾ ਦਿਨ ਤੇ ਪੂਰੀ ਰਾਤ ਕਸ਼ਮੀਰੀ ਔਰਤਾਂ ਭੁੱਖੇ ਬਘਿਆੜ ਰੂਪੀ ਫੌਜੀਆਂ ਦੇ ਰਹਿਮੋ ਕਰਮ ਤੇ ਹੁੰਦੀਆਂ ਹਨ। ਇਸ ਕਿਸਮ ਦੇ ਆਪਰੇਸ਼ਨਾਂ ਦੇ ਵੱਖੋ ਵੱਖਰੇ ਨਾਂ ਰੱਖੇ ਹੋਏ ਹਨ। ਮਨੁੱਖੀ ਅਧਿਕਾਰ ਨਾਂ ਦੀ ਇੱਥੇ ਕੋਈ ਚੀਜ਼ ਨਹੀਂ। ਫਾਰੂਕ ਅਬਦੁੱਲੇ ਦੀ ਸਰਕਾਰ ਪੰਜਾਬ ਦੀ 1985 ਵਾਲੀ ਬਰਨਾਲਾ ਸਰਕਾਰ ਵਰਗੀ ਹੀ ਹੈ, ਜਿਸ ਨੇ ਇੰਦਰਾ ਗਾਂਧੀ ਦੇ 1984 ਵਾਲੇ ਸਾਕੇ ਨੀਲਾ ਤਾਰਾਂ ਨੂੰ ਸਹੀ ਸਿੱਧ ਕਰਨ ਲਈ ਦੁਬਾਰਾ ਪੁਲਿਸ ਦਰਬਾਰ ਸਾਹਿਬ ਵਿੱਚ ਭੇਜ ਦਿੱਤੀ ਸੀ, ਪਰ ਅੰਦਰੋਂ ਇੱਕ ਵੀ ਖਾੜਕੂ ਨਾ ਲੱਭਾ। ਬਰਨਾਲੇ ਨੂੰ ਇਸ ਗੱਲ ਨਾਲ ਮਤਲਬ ਨਹੀਂ ਸੀ ਕਿ ਅੰਦਰ ਕੋਈ ਹੈ ਕਿ ਨਹੀਂ। ਉਹਨੇ ਤਾਂ ਹਿਜ਼ ਮਾਸਟਰ ਵਾਇਸ ਵਾਂਗ ਕੰਨ ਖੜੇ ਕਰਕੇ ਦਿੱਲੀ ਤੋਂ ਰਾਜੀਵ ਗਾਂਧੀ ਦਾ ਹੁਕਮ ਸੁਣਿਆ ਤੇ ਪੁਲਿਸ ਭੇਜ ਦਿੱਤੀ। ਫਾਰੂਕ ਅਬਦੁੱਲਾ ਵੀ ਭਾਰਤ ਸਰਕਾਰ ਦੀ ਕਠਪੁਤਲੀ ਹੈ, ਉਸ ਨੂੰ ਦਿੱਲੀ ਤੋਂ ਨਚਾਇਆ ਜਾਂਦਾ ਹੈ। ਫਾਰੂਕ ਅਬਦੁੱਲਾ ਦੇ ਪਿਤਾ ਸ਼ੇਖ ਅਬਦੁੱਲਾ ਪ੍ਰਤੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਦੇ ਵਿਚਾਰ ਇਹ ਸਨ, ਇਹ ਲੰਮਾ ਆਦਮੀ ਕੁਰਾਨ ਗਾਉਂਦਾ ਹੈ ਤੇ ਲੋਕਾਂ ਨੂੰ ਬੇਵਕੂਫ ਬਣਾਉਂਦਾ ਹੈ। ਜਿਸ ਤਰ੍ਹਾਂ ਸਿੱਖ ਲੀਡਰ ਆਪਣਾ ਆਪ ਕੇਂਦਰ ਅੱਗੇ ਸਮਰਪਿਤ ਕਰ ਚੁੱਕੇ ਹਨ,
ਉਸੇ ਤਰ੍ਹਾਂ ਹੀ ਫਾਰੂਕ ਅਬਦੁੱਲੇ ਨੇ ਵੀ ਆਪਣੇ ਆਪ ਨੂੰ ਭਾਰਤ ਅੱਗੇ ਸੁੱਟ ਦਿੱਤਾ ਹੈ। ਸ਼ਾਇਦ ਇਸੇ ਕਰਕੇ ਹੀ ਫਾਰੂਕ ਅਬਦੁੱਲੇ ਦੇ ਪੁੱਤ ਉਮਰ ਅਬਦੁੱਲੇ ਨਾਲ ਸਿੱਖਾਂ ਨੇ ਆਪਣੀ ਕੁੜੀ ਵਿਆਹ ਦਿੱਤੀ ਹੈ। ਹੁਣ ਸਿੱਖ ਮੁਸਲਮਾਨਾਂ ਨੂੰ ਵੀ ਕੁੜੀਆਂ ਦੇਣ ਲੱਗ ਪਏ ਹਨ, ਤਾਂ ਫਿਰ ਸਿੱਖੀ ਕਿੱਥੇ ਅੜੀ ਰਹਿ ਗਈ? ਹਿੰਦੂ ਵੀ ਮੁਸਲਮਾਨ ਰਾਜਿਆਂ ਨੂੰ ਕੁੜੀਆਂ ਦਿੰਦੇ ਸਨ, ਹੁਣ ਸਿੱਖ ਵੀ ਮੁਸਲਮਾਨ ਵਜ਼ੀਰਾਂ ਨੂੰ ਕੁੜੀਆਂ ਦੇਣ ਲੱਗ ਪਏ ਹਨ। ਕਹਿੰਦੇ ਹਨ ਕਿ ਗਵਾਂਢੀ ਦਾ ਰੂਪ ਨਹੀਂ ਆਉਂਦਾ, ਮੱਤ ਤਾਂ ਆ ਹੀ ਜਾਂਦੀ ਹੈ। ਸਿਰਲੇਖ ਸਿੱਖ ਧਰਮ ਵਿੱਚ ਔਰਤ ਦਾ ਦਰਜਾ। ਹਰ ਧਰਮ ਨੇ ਜੋ ਭਾਰਤ ਵਿੱਚ ਤੇ ਭਾਰਤ ਤੋਂ ਬਾਹਰ ਵੀ ਪੈਦਾ ਹੋਇਆ ਨੇ ਔਰਤ ਨੂੰ ਨਰਕ ਦਾ ਦੁਆਰ ਕਿਹਾ ਹੈ ਤੇ ਹਰ ਪੁਆੜੇ ਦੀ ਜੜ ਮੰਨਿਆ ਹੈ। ਔਰਤ ਲਈ ਅਰਥੀ ਨੂੰ ਮੋਢਾ ਦੇਣਾ ਤੇ ਚਿਤਾ ਨੂੰ ਅੱਗ ਲਾਉਣੀ ਮਨਾ ਹੈ। ਸਾਰੇ ਮੰਨਦੇ ਹਨ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਹੈ ਤੇ ਭਾਰਤ ਵਿੱਚ ਤੇ ਹੋਰ ਜਿੱਥੇ ਕਿਤੇ ਵੀ ਦਾਜ ਪ੍ਰਥਾ ਹੈ, ਉੱਥੇ ਔਰਤ ਹੀ ਔਰਤ ਨੂੰ ਤੰਗ ਕਰਦੀ ਹੈ ਤੇ ਤਸੀਹੇ ਦੇ ਕੇ ਦਾਜ ਲਿਆਉਣ ਲਈ ਕਹਿੰਦੀ ਹੈ। ਮਰਦਾਂ ਨਾਲੋਂ ਵੱਧ ਔਰਤ ਹੀ ਦੂਸਰੀ ਔਰਤ ਦੀ ਸੁੰਦਰਤਾ ਦੀ ਪਛਾਣ ਕਰਦੀ ਹੈ। ਤਾਂ ਹੀ ਤਾਂ ਪਿੰਡਾਂ ਵਿੱਚ ਕਿਸੇ ਦਾ ਵਿਆਹ ਹੋਵੇ ਤਾਂ ਔਰਤਾਂ ਜ਼ਰੂਰ ਹੀ ਵਹੁਟੀ ਵੇਖਣ ਜਾਂਦੀਆਂ ਹਨ। ਪਰ ਲੋਕਾਂ ਵਿੱਚ ਇਹ ਗੱਲ ਵੀ ਮਸ਼ਹੂਰ ਹੈ ਕਿ ਕੋਈ ਔਰਤ ਸੁੰਦਰ ਭਾਵੇਂ ਜਿੰਨੀ ਮਰਜ਼ੀ ਹੋਵੇ, ਜੇ ਉਹਨੂੰ ਖਾਣਾ ਬਣਾਉਣਾ ਨਾ ਆਉਂਦਾ ਹੋਵੇ ਤਾਂ ਉਹ ਬਿਨਾਂ ਸ਼ਿੰਗਾਰ ਤੇ ਬਿਨਾਂ ਸਿੰਗਾਂ ਤੇ ਬਿਨਾਂ ਪੂਛ ਦੇ ਮੱਝ ਵਰਗੀ ਹੁੰਦੀ ਹੈ। ਜੇ ਕਿਸੇ ਦੇ ਘਰ ਲੜਕੀ ਜਵਾਨ ਹੋਵੇ ਤੇ ਜੇ ਕੋਈ ਸਿਰ ਫਿਰਿਆ ਮੁੰਡਾ ਉਸ ਘਰ ਦੇ ਗੇੜੇ ਮਾਰਨੋਂ ਨਾ ਹਟੇ ਤਾਂ ਕਈ ਲੋਕ ਬੜੇ ਸਹਿਜ ਸੁਭਾਅ ਕਹਿੰਦੇ ਹਨ, ਘਰ ਵਿੱਚ ਬੇਰੀ ਹੋਵੇ ਤਾਂ ਵੱਟੇ ਤਾਂ ਵੱਜਣਗੇ ਹੀ। ਮਤਲਬ ਇਹ ਕਿ ਭਾਵੇਂ ਉਸ ਕੁੜੀ ਵਿਚਾਰੀ ਦਾ ਕਸੂਰ ਨਹੀਂ ਵੀ ਹੁੰਦਾ ਤਾਂ ਵੀ ਉਸ ਦੀ ਹੋਂਦ ਨੂੰ ਹੀ ਮੁਸੀਬਤ ਮੰਨ ਲਿਆ ਜਾਂਦਾ। ਔਰਤ ਨਾ ਤਾਂ ਜਨੇਊ ਪਾ ਸਕਦੀ ਹੈ ਤੇ ਨਾ ਹੀ ਇਸ ਦੀ ਸੁੰਨਤ ਹੋ ਸਕਦੀ ਹੈ। ਗੋਲਡਾ ਮਾਇਰ ਇਜ਼ਰਾਈਲ ਦੀ ਪ੍ਰਧਾਨ ਮੰਤਰੀ ਸੀ। ਜਦੋਂ ਇੰਦਰਾ ਗਾਂਧੀ ਨੂੰ ਇਜ਼ਰਾਈਲ ਦੇ ਇੱਕ ਮੰਦਰ ਜਿੱਥੇ ਇਸਤਰੀ ਦਾ ਪ੍ਰਵੇਸ਼ ਮਨਾ ਹੈ ਉੱਥੇ ਨਹੀਂ ਲਿਜਾਇਆ ਗਿਆ ਤਾਂ ਇੰਦਰਾ ਦੇ ਬਾਰ-ਬਾਰ ਕਹਿਣ ਕਾਰਨ ਮੰਦਰ ਦੇ ਬਾਹਰ ਇੱਕ ਛੱਜੇ ਜਿਹੇ 'ਤੇ ਬੈਠਣ ਦਾ ਪ੍ਰਬੰਧ ਕੀਤਾ ਗਿਆ। ਤਾਂ ਉਸਨੇ ਸਮਝਿਆ ਕਿ ਸ਼ਾਇਦ ਪ੍ਰਧਾਨ ਮੰਤਰੀ ਹੋਣ ਕਰਕੇ ਉਸ ਦਾ ਵਿਸ਼ੇਸ਼ ਸਤਿਕਾਰ ਕੀਤਾ ਗਿਆ ਹੈ। ਪਰ ਜਦੋਂ ਉਸ ਨੂੰ ਜਗਨਨਾਥਪੁਰੀ ਮੰਦਰ ਵਿੱਚ ਨਾ ਵੜਨ ਦਿੱਤਾ ਗਿਆ ਤਦ ਉਸ ਨੂੰ ਇਜ਼ਰਾਈਲ ਵਿੱਚ ਇਸਤਰੀਆਂ ਦੇ ਮੰਦਰ ਵਿੱਚ ਨਾ ਜਾ ਸਕਣ ਦੀ ਮਜਬੂਰੀ ਦਾ ਪਤਾ ਲੱਗਾ। ਪਰ ਬ੍ਰਾਹਮਣ ਤੇ ਹੋਰ ਧਾਰਮਿਕ ਲੋਕਾਂ ਨੇ ਅਸਿੱਧੇ ਤੌਰ ਤੇ ਔਰਤ ਦੀ ਹਸਤੀ ਨੂੰ ਮੰਨਿਆ ਵੀ ਹੈ। ਚਾਣਕਿਆ ਨੇ ਕਿਹਾ ਹੈ ਕਿ ਬਦਲਾ ਲੈਣ ਤੇ ਪ੍ਰੇਮ ਕਰਨ ਵਿੱਚ ਔਰਤ ਮਰਦ ਤੋਂ ਅੱਗੇ ਹੁੰਦੀ ਹੈ ਤੇ ਕਈ ਵਾਰ ਮਰਦ ਤੋਂ ਵੀ ਵੱਧ ਨਿਰਦਈ ਹੋ ਜਾਂਦੀ ਹੈ। ਜਦੋਂ ਨਦੀ ਅਤੇ ਨਾਰੀ ਕਿਨਾਰੇ ਲੰਘ ਜਾਣ ਤਾਂ ਫਿਰ ਉਹਨਾਂ ਦੀ ਕੋਈ ਹੱਦ ਨਹੀਂ ਰਹਿ ਜਾਂਦੀ। ਪ੍ਰੇਮ ਕਰਨ ਦਾ ਤਾਂ ਪਤਾ ਨਹੀਂ, ਪਰ ਨਫ਼ਰਤ ਕਰਨ ਵਿੱਚ ਤਾਂ ਗੀਤਾ ਮਾਕਨ ਜੋ ਭਾਰਤ ਦੇ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਦੀ ਧੀ ਸੀ ਨੇ ਕੋਲ ਖਲੋ ਕੇ ਸਿੱਖ ਬੀਬੀਆਂ ਦੇ ਬਲਾਤਕਾਰ ਕਰਵਾਏ ਤੇ ਕਤਲ ਕਰਵਾਏ ਸਨ। ਭਾਵੇਂ ਬਾਅਦ ਵਿੱਚ ਉਹ ਤੇ ਉਹਦਾ ਪਤੀ ਲਲਿਤ ਮਾਕਨ ਦੋਵੇਂ ਖਾੜਕੂ ਹੱਥੋਂ ਮਾਰੇ ਗਏ ਸਨ। ਹਿੰਦੂ ਵੇਦਾਂ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਜਿਸ ਦੇਸ਼ ਵਿੱਚ ਕਾਨੂੰਨ ਤੇ ਇਸਤਰੀ ਦਾ ਸਨਮਾਨ ਨਾ ਹੋਵੇ ਉਹ ਜਲਦੀ ਹੀ ਤਬਾਹ ਹੋ ਜਾਂਦਾ ਹੈ। ਪਰ ਨਾਲ ਹੀ ਬੁਰਾਈ ਕਰਨ ਲੱਗੇ ਵੀ ਉਸ ਨੂੰ ਕਈ ਗੁਣਾ ਬੁਰਾ ਬਣਾ ਦਿੰਦੇ ਹਨ। ਅਖੇ ਇੱਕ ਵੇਸ਼ਵਾ 21 ਹੋਰ ਔਰਤਾਂ ਨੂੰ ਵੇਸ਼ਵਾ ਬਣਾਉਂਦੀ ਹੈ ਤਾਂ ਕਿ ਲੋਕ ਉਸ ਨੂੰ ਇਕੱਲੀ ਨੂੰ ਵੇਸ਼ਵਾ ਨਾ ਆਖਣ। ਤੁਲਸੀਦਾਸ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਢੋਲ, ਗਵਾਰ, ਸ਼ੂਦਰ, ਪਸ਼ੂ, ਨਾਰੀ ਇਹ ਸਭ ਤਾੜਨ ਦੇ ਅਧਿਕਾਰੀ। ਅਰਥਾਤ ਨਾਰੀ ਨੂੰ ਵੀ ਗਵਾਰਾਂ, ਪਸ਼ੂਆਂ ਤੇ ਦੂਜਿਆਂ ਨਾਲ ਮਿਲਾ ਦਿੱਤਾ। ਚੀਨ ਵਿੱਚ ਤਾਂ ਜੰਮਦੀ ਲੜਕੀ ਨੂੰ ਹੀ ਲੋਹੇ ਦੀ ਜੁੱਤੀ ਪਵਾ ਦਿੱਤੀ ਜਾਂਦੀ ਹੈ। ਉਹ ਲੜਕੀ ਤਾਂ ਭਰ ਜਵਾਨ ਹੋ ਜਾਂਦੀ ਹੈ ਪਰ ਪੈਰ ਨਿੱਕੇ ਨਿੱਕੇ ਜਿਹੇ ਬੱਚਿਆਂ ਦੇ ਪੈਰਾਂ ਵਰਗੇ ਹੀ ਰਹਿੰਦੇ। ਉਹ ਵਿਚਾਰੀ ਤੁਰ ਕੇ ਕਿਤੇ ਦੂਰ ਨਹੀਂ ਜਾ ਸਕਦੀ ਸੀ, ਬਸ ਕੰਧਾਂ ਕੌਲਿਆਂ ਨੂੰ ਫੜ ਫੜ ਕੇ ਹੀ ਥੋੜ੍ਹੀ ਦੂਰ ਤੱਕ ਜਾ ਸਕਦੀ ਸੀ। ਇਸ ਪਿੱਛੇ ਭਾਵਨਾ ਇਹ ਸੀ ਕਿ ਇਹ ਐਵੇਂ ਕਿਤੇ ਦੁੜੰਗੇ ਨਾ ਮਾਰਦੀ ਫਿਰੇ, ਮਤਾ ਕਿਤੇ ਇਹਦੀ ਕਿਸੇ ਹਰਕਤ ਕਰਕੇ ਪਰਿਵਾਰ ਨੂੰ ਬੇਇੱਜ਼ਤੀ ਦਾ ਮੂੰਹ ਵੇਖਣਾ ਪਵੇ।
ਪਰ ਭਾਰਤ ਵਿੱਚ ਵੀ ਤਾਂ ਸੀਤਾ ਨੂੰ ਉਡਾ ਲਿਆ ਗਿਆ ਹੈ ਤੇ ਉਸ ਦੀ ਅਗਨੀ ਪ੍ਰੀਖਿਆ ਲੈ ਕੇ ਬਖਸ਼ਿਆ ਫਿਰ ਵੀ ਨਾ ਗਿਆ ਤੇ ਦ੍ਰੋਪਦੀ ਨੂੰ ਨੰਗਾ ਕੀਤਾ ਗਿਆ। ਪਤੀ ਦੀ ਮੌਤ ਤੇ ਕਈਆਂ ਨੂੰ ਨਾਲ ਸਤੀ ਕੀਤਾ ਗਿਆ। ਗਾਂਧੀ ਵਰਗਾ ਲੀਡਰ ਵੀ ਦੱਖਣੀ ਅਫਰੀਕਾ ਵਿੱਚ ਵਿਚਾਰੀ 8 ਮਹੀਨੇ ਦੀ ਗਰਭਵਤੀ ਕਸਤੂਰਬਾ ਕੋਲੋਂ ਘਰ ਆਏ ਮਹਿਮਾਨਾਂ ਦੀ ਟੱਟੀ ਧਵਾਉਂਦਾ ਹੁੰਦਾ ਸੀ ਤੇ ਜੇ ਉਹ ਵਿਚਾਰੀ ਰੋਂਦੀ ਤਾਂ ਕਹਿੰਦਾ ਸੀ ਰੋਈਦਾ ਨਹੀਂ, ਘਰ ਆਏ ਮਹਿਮਾਨ ਦੀ ਸੇਵਾ ਹੱਸ ਕੇ ਕਰੀਦੀ ਹੈ। ਗਾਂਧੀ ਕਈ ਵਾਰ ਕਸਤੂਰਬਾ ਨੂੰ ਰਾਤ ਨੂੰ ਘਰੋਂ ਬਾਹਰ ਕੱਢ ਦਿੰਦਾ ਸੀ ਤੇ ਉਸ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਕਈ ਵਾਰ ਹੋਇਆ ਸੀ। ਜੌਨ ਆਫ ਆਰਕ ਇੱਕ ਮਹਾਨ ਔਰਤ ਹੋਈ ਹੈ। ਉਹ ਬਹੁਤ ਹੀ ਬੁੱਧੀਮਾਨ ਤੇ ਹੌਸਲੇ ਵਾਲੀ ਮੁਟਿਆਰ ਸੀ ਤੇ ਦੇਸ਼ ਦੀ ਆਜ਼ਾਦੀ ਖਾਤਰ ਲੜੀ ਸੀ। ਪੋਪ ਨੇ ਉਸ ਨੂੰ ਸਿਰਫ ਇਸ ਕਰਕੇ ਮਰਵਾ ਦਿੱਤਾ ਸੀ ਕਿਉਂਕਿ ਉਹ ਉਸ ਨਾਲੋਂ ਜ਼ਿਆਦਾ ਪ੍ਰਸਿੱਧੀ ਹਾਸਲ ਕਰ ਗਈ ਸੀ। ਉਸ ਵਿਚਾਰੀ ਨੂੰ ਜਿਉਂਦਿਆਂ ਸਾੜ ਦਿੱਤਾ ਗਿਆ ਤੇ ਦੂਸ਼ਣ ਇਹ ਲਾਇਆ ਗਿਆ ਕਿ ਇਹ ਡੈਣ ਹੈ ਤੇ ਇਸ ਦੇ ਸ਼ੈਤਾਨ ਨਾਲ ਕਾਮ ਸੰਬੰਧ ਹਨ। ਹੁਣ 300 ਸਾਲ ਬਾਅਦ ਲੋਕਾਂ ਦੇ ਦਬਾਅ ਅੱਗੇ ਝੁਕ ਕੇ ਇੱਕ ਦੂਸਰੇ ਪੋਪ ਨੇ ਉਸ ਨੂੰ ਇੱਕ ਮਹਾਨ ਸੰਤ ਐਲਾਨ ਕੀਤਾ ਹੈ ਤੇ ਉਸ ਦੀਆਂ ਹੱਡੀਆਂ ਨੂੰ ਕਬਰ ਵਿੱਚੋਂ ਕੱਢ ਕੇ ਪੂਜਿਆ ਹੈ ਤੇ ਉਸ ਦੀ ਯਾਦ ਵਿੱਚ ਇੱਕ ਆਲੀਸ਼ਾਨ ਗਿਰਜਾ ਬਣਾਇਆ ਗਿਆ ਹੈ। ਹੁਣ ਉਸ ਨੂੰ ਸੰਤ ਜੌਨ ਆਫ ਆਰਕ ਕਿਹਾ ਜਾਂਦਾ ਹੈ। ਇਕੱਲਾ ਜੌਨ ਆਫ ਆਰਕ ਨਹੀਂ, ਬਾਈਬਲ ਵਿੱਚ ਇਹ ਲਿਖਿਆ ਹੈ ਕਿ ਈਸਾ ਕੁਆਰੀ ਮਾਂ ਮਰੀਅਮ ਦੇ ਪੇਟੋਂ ਜੰਮਿਆ ਸੀ। ਸਾਰੀ ਦੁਨੀਆ ਦੀ ਮੈਡੀਕਲ ਸਾਇੰਸ ਇਹ ਗੱਲ ਨਹੀਂ ਮੰਨਦੀ। ਸ਼ਰਮ ਦੇ ਮਾਰੇ ਇੱਕ ਅਮਰੀਕਨ ਨੇ ਇਹ ਸ਼ਬਦ ਕੱਢਣੇ ਚਾਹੇ ਪਰ ਉਸ ਨੂੰ ਸਫਲਤਾ ਨਾ ਮਿਲੀ ਕਿਉਂਕਿ ਇਸ ਤਰ੍ਹਾਂ ਬੇਸ਼ੱਕ ਇੱਕ ਤੱਤ ਹੀ ਹਟਾ ਦਿੱਤਾ ਜਾਵੇ ਤਾਂ ਈਸਾਈਅਤ ਦਾ ਸਾਰਾ ਮਹਿਲ ਹੀ ਢਹਿ ਢੇਰੀ ਹੋ ਜਾਵੇਗਾ। ਬੋਧੀ ਕਹਿੰਦੇ ਹਨ 4 ਫੁੱਟ ਤੋਂ ਅੱਗੇ ਨਾ ਵੇਖੋ। ਜੇ ਕੋਈ ਔਰਤ ਦਿਸ ਵੀ ਪਵੇ ਤਾਂ ਫਿਰ ਉਸ ਦੇ ਪੈਰ ਹੀ ਦਿਸਣ ਤਾਂ ਕਿ ਸਾਰੀ ਔਰਤ ਦਿਖ ਜਾਣ ਤੇ ਕਿਤੇ ਕਾਮ ਹੀ ਨਾ ਉਪਜ ਪਵੇ। ਜੇ ਔਰਤ ਤੇ ਮਰਦ ਦਾ ਕੁਦਰਤੀ ਮੇਲ ਨਾ ਹੋਵੇ ਤਾਂ ਬੋਧੀ ਜੰਮਣੀ ਕਿੱਥੋਂ। ਜੀਸਸ ਦੀ ਬਹੁਤੀ ਵਿਰੋਧਤਾ ਇੱਕ ਵੇਸਵਾ ਮੈਰੀ ਮੇਕ ਦੀ ਲੇਨ ਦੇ ਘਰ ਰੁਕਣ ਕਰਕੇ ਹੀ ਹੋਈ ਸੀ। ਲੋਕਾਂ ਨੇ ਜੀਸਸ ਨੂੰ ਆਖਿਆ ਕਿ ਮੈਰੀ ਮੇਕ ਦੀ ਲੇਨ ਨੂੰ ਛੱਡ ਦੇ ਪਰ ਜੀਸਸ ਨਾ ਮੰਨਿਆ। ਇਹ ਕਦਰ ਸੀ ਉਸ ਵੇਲੇ ਦੀ ਔਰਤ ਦੀ। ਬੁੱਧ ਨੇ ਬਹੁਤ ਸਮੇਂ ਤੱਕ ਔਰਤ ਨੂੰ ਦੀਕਸ਼ਾ ਨਹੀਂ ਦਿੱਤੀ ਕਿਉਂਕਿ ਔਰਤ ਛੇਤੀ ਕੀਤੇ ਗੁਰੂ ਨਹੀਂ ਬਣ ਸਕਦੀ। ਚੇਲੀ ਬਹੁਤ ਛੇਤੀ ਬਣ ਜਾਂਦੀ ਹੈ। ਇਸਤਰੀ ਦੀ ਉਤਸੁਕਤਾ ਆਪਣੇ ਤੱਕ ਹੀ ਹੁੰਦੀ ਹੈ। ਇਸਤਰੀ ਅੰਤਰਮੁਖੀ ਹੁੰਦੀ ਹੈ ਜਦੋਂ ਕਿ ਮਨੁੱਖ ਬਾਹਰਮੁਖੀ ਹੁੰਦਾ ਹੈ। ਔਰਤ ਲਈ ਗੁਰੂ ਬਣਨਾ ਓਨਾ ਹੀ ਔਖਾ ਹੁੰਦਾ ਹੈ ਜਿੰਨਾ ਬੰਦੇ ਲਈ ਮਾਂ ਬਣਨਾ। ਇਸਤਰੀ ਆਪਣੇ ਘਰ ਜਾਂ ਵੱਧ ਤੋਂ ਵੱਧ ਗੁਆਂਢੀਆਂ ਤੱਕ ਰੁਚੀ ਰੱਖਦੀ ਹੈ ਪਰ ਮਰਦ ਤਾਂ ਦੂਜੇ ਮੁਲਕਾਂ ਤੱਕ ਵੀ ਰੁਚੀ ਰੱਖਦਾ ਹੈ। ਨੈਪੋਲੀਅਨ ਦੀ ਪਤਨੀ ਦਾ ਨਾਂ ਜੋਸੇਫਾਈਨ ਸੀ। ਉਸਨੇ ਸਾਰੀ ਜ਼ਿੰਦਗੀ ਉਹਦੇ ਤੇ ਇਤਬਾਰ ਨਾ ਕੀਤਾ। ਇਸੇ ਤਰ੍ਹਾਂ ਹੀ ਹਿਟਲਰ ਨੇ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਵਾਇਆ। ਉਸ ਨੂੰ ਸ਼ੱਕ ਸੀ ਕਿ ਕਿਤੇ ਇਹ ਦੁਸ਼ਮਣ ਨਾਲ ਮਿਲੀ ਹੋਈ ਨਾ ਹੋਵੇ ਤੇ ਜਦੋਂ ਵਿਆਹ ਕਰਵਾਇਆ ਕੁਝ ਮਿੰਟਾਂ ਬਾਅਦ ਹੀ ਦੋਵਾਂ ਨੇ ਆਤਮ ਹੱਤਿਆ ਕਰ ਲਈ। ਆਕਸਫੋਰਡ ਯੂਨੀਵਰਸਿਟੀ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਅਸੀਂ ਮੁਲਕ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਨਹੀਂ ਦੇਣੀ। ਇੰਗਲੈਂਡ ਵਿੱਚ ਮਰਦ ਤੇ ਔਰਤ ਨੂੰ ਬਰਾਬਰ ਦਾ ਦਰਜਾ ਹੈ ਪਰ ਕਦੇ ਵੀ ਕਿਸੇ ਨੇ ਇੰਗਲੈਂਡ ਦੀ ਕਿਸੇ ਦੁਕਾਨ ਦਾ ਨਾਂ ਜੌਨ ਐਂਡ ਡਾਟਰ ਨਹੀਂ ਵੇਖਿਆ ਹੋਣਾ ਜਦੋਂ ਕਿ ਫਲਾਣਾ ਐਂਡ ਸੰਨਜ਼ ਆਮ ਨਾਂ ਹਨ। ਕਈ ਦੇਸ਼ਾਂ ਵਿੱਚ ਔਰਤ ਨੂੰ ਅਜੇ ਵੀ ਕੁਦਰਤ ਦੀ ਮਜ਼ੇਦਾਰ ਗਲਤੀ ਕਿਹਾ ਜਾਂਦਾ ਹੈ। ਕਲੀਓਪੈਟਰਾ ਦੁਨੀਆ ਦੀ ਖੂਬਸੂਰਤ ਔਰਤ ਗਿਣੀ ਗਈ। ਪੂਰੇ ਅੱਧੇ ਦਿਨ ਵਿੱਚ ਉਹ ਆਪਣਾ ਮੇਕਅਪ ਕਰਦੀ ਸੀ ਪਰ ਉਸ ਦਾ ਜੋ ਹਸ਼ਰ ਹੋਇਆ ਉਸ ਦੇ ਬਾਹਾਂ ਕੱਟੇ ਬੁੱਤ ਨੂੰ ਵੇਖ ਕੇ ਹੀ ਸਮਝ ਲੱਗ ਜਾਂਦੀ ਹੈ। ਆਮ ਤੌਰ ਤੇ ਜੇ ਕਿਤੇ ਝਗੜੇ ਦੀ ਗੱਲ ਹੋਵੇ ਤਾਂ ਲੋਕ ਕਹਿੰਦੇ ਹਨ ਝਗੜੇ ਦੀ ਜੜ ਤੀਨ, ਜਰ, ਜੋਰੂ ਔਰ ਜ਼ਮੀਨ ਅਰਥਾਤ ਔਰਤ ਨੂੰ ਵੀ ਪੈਸੇ ਧੇਲੇ ਤੇ ਜ਼ਮੀਨ ਵਰਗੀਆਂ ਜੜ ਚੀਜ਼ਾਂ ਨਾਲ ਗਿਣ ਲਿਆ ਗਿਆ ਹੈ। ਔਰਤ ਨੂੰ ਬਦਨਾਮ ਕਰਨ ਲਈ ਵੀ ਬਹੁਤ ਗੱਲਾਂ ਪ੍ਰਚਲਿਤ ਹਨ। ਜਿਵੇਂ ਕਈਆਂ ਫਿਲਾਸਫਰਾਂ ਨੇ ਕਿਹਾ ਹੈ
ਕਿ ਆਪਣੇ ਘਰ ਦੀ ਔਰਤ ਨੂੰ ਸੱਚ ਨਾ ਦੱਸਣਾ ਸੀਨੇ ਵਿੱਚ ਬਿੱਛੂ ਪਾਲਣ ਦੇ ਬਰਾਬਰ ਹੈ, ਪਰ ਮੁਸੀਬਤ ਨਾਂ ਦੀ ਚੀਜ਼ ਵੀ ਔਰਤ ਹੀ ਹੈ। ਪੰਜਾਬੀ ਦਾ ਪ੍ਰਸਿੱਧ ਅਖਾਣ ਹੈ, ਜੁੱਤੀ ਤੇ ਜਨਾਨੀ ਜਿੰਨੀ ਨੇੜੇ ਹੋਵੇ ਓਨਾ ਹੀ ਚੰਗਾ ਹੁੰਦਾ ਹੈ। ਰੰਨ ਗਿਆਨਣ ਭੇਡ ਇਸ਼ਨਾਨਣ। ਹਿੰਦੂ ਧਰਮ ਵਿੱਚ ਇਹ ਗੱਲ ਆਮ ਮਸ਼ਹੂਰ ਰਹੀ ਹੈ। ਮੁਸਲਮਾਨਾਂ ਨੇ ਔਰਤ ਨੂੰ ਤਬਾਹ ਬਾਨੋ ਵੀ ਕਿਹਾ ਹੈ। ਉਹਨਾਂ ਦਾ ਖਿਆਲ ਹੈ ਕਿ ਔਰਤ ਨੁਕਸਾਨ ਵਾਲਾ ਕੰਮ ਕਰਨ ਦੀ ਜ਼ਿੰਮੇਵਾਰ ਹੁੰਦੀ ਹੈ, ਭਾਵੇਂ ਸਾਰਾ ਕੰਮ ਉਸ ਦਾ ਖਾਵੰਦ ਹੀ ਕਿਉਂ ਨਾ ਕਰੇ। ਪੂਰੀ ਦੁਨੀਆ ਵਿੱਚ ਔਰਤ ਨੂੰ ਤਿਰਸਕਾਰ ਭਰੀ ਨਜ਼ਰ ਨਾਲ ਹੀ ਵੇਖਿਆ ਗਿਆ ਹੈ, ਪਰ ਸਿੱਖ ਬੀਬੀਆਂ ਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਹੈ ਕਿ ਜਿੰਨੀ ਆਜ਼ਾਦੀ ਉਹਨਾਂ ਨੂੰ ਸਿੱਖ ਧਰਮ ਤੇ ਦਿੱਤੀ ਹੈ, ਉਨੀ ਆਜ਼ਾਦੀ ਤਾਂ ਅੱਜ ਯੂਰਪੀਅਨ ਦੇਸ਼ਾਂ ਵਿੱਚ ਅਜੇ ਵੀ ਨਹੀਂ ਮਿਲੀ। ਸਿੱਖ ਧਰਮ ਵਿੱਚ ਕਿੱਥੇ ਲਿਖਿਆ ਹੈ ਕਿ ਔਰਤ ਜਥੇਦਾਰ ਬਣ ਕੇ ਫੌਜ ਦੀ ਕਮਾਂਡ ਨਹੀਂ ਕਰ ਸਕਦੀ? ਇਹ ਕਿੱਥੇ ਲਿਖਿਆ ਹੈ ਕਿ ਉਸ ਨੂੰ ਮੁਨਸਿਫ ਬਣ ਕੇ ਨਿਆਂ ਕਰਨ ਦਾ ਹੱਕ ਨਹੀਂ? ਇਹ ਕਿੱਥੇ ਲਿਖਿਆ ਹੈ ਕਿ ਉਹ ਘਰ ਦੀ ਚਾਰ ਦੀਵਾਰੀ ਵਿੱਚੋਂ ਨਿਕਲ ਕੇ ਰਾਜਕਾਜ ਦਾ ਕੰਮ ਨਹੀਂ ਸੰਭਾਲ ਸਕਦੀ? ਜੋ ਹੱਕ ਹਕੂਕ ਸਿੱਖ ਮਰਦ ਨੂੰ ਹਨ, ਉਹ ਹੀ ਸਿੱਖ ਬੀਬੀਆਂ ਨੂੰ ਵੀ ਹਨ। ਪਰ ਸਿੱਖ ਧਰਮ ਦਾ ਬੇੜਾ ਜਿੰਨਾ ਅੱਜ ਸਿੱਖ ਬੀਬੀਆਂ ਨੇ ਗਰਕ ਕੀਤਾ ਹੈ, ਉਹਨਾਂ ਸ਼ਾਇਦ ਸਿੱਖਾਂ ਨੇ ਵੀ ਨਹੀਂ ਕੀਤਾ। ਸ਼ਹਿਰਾਂ ਵਿੱਚ ਇਹ ਕਰਵਾ ਚੌਥ ਦੇ ਵਰਤ ਰੱਖਦੀਆਂ ਹਨ, ਵੀਰੋ ਕੁੜੀ ਦਾ ਕਰਵੜਾ ਵਟਾਉਂਦੀਆਂ ਹਨ, ਭਰਵੱਟੇ ਮਨਵਾਉਂਦੀਆਂ ਹਨ। ਵਿਆਹ ਤੋਂ ਇੱਕ ਦਿਨ ਪਹਿਲਾਂ ਜਾਂ ਵਿਆਹ ਵਾਲੇ ਦਿਨ ਹੀ ਬਿਊਟੀ ਪਾਰਲਰ ਜਾ ਕੇ ਉਹ ਸਭ ਕੁਝ ਕਰਵਾਉਂਦੀਆਂ ਹਨ ਜੋ ਸਿੱਖ ਧਰਮ ਵਿੱਚ ਮਨ੍ਹਾ ਹੈ। ਅੱਧੇ ਨਾਂ ਰੱਖਣੇ, ਅੱਗੋਂ ਬੱਚਿਆਂ ਨੂੰ ਵੀ ਸਿੱਖੀ ਤੋਂ ਪਤਿਤ ਕਰਕੇ ਹਿੰਦੂਤਾ ਵੱਲ ਮੋੜਨਾ, ਜਾਣ ਬੁੱਝ ਕੇ ਪੰਜਾਬੀ ਦੀ ਥਾਂ ਹਿੰਦੀ ਬੋਲਣੀ। ਜੇਕਰ ਇਹ ਚਾਹੁੰਦੀਆਂ ਤਾਂ ਸਿੱਖ ਧਰਮ ਵੱਲੋਂ ਬਖਸ਼ੀ ਗਈ ਵਡਿਆਈ ਦਾ ਬਦਲਾ ਚੁਕਾਉਣ ਲਈ ਆਪਣੇ ਪਿਓਾਂ, ਪਤੀਆਂ ਤੇ ਭਰਾਵਾਂ ਨੂੰ ਵੀ ਪਤਿਤ ਹੋਣ ਤੋਂ ਵਰਜ ਸਕਦੀਆਂ ਸਨ। ਜੇ ਮਾਈ ਭਾਗੋ ਬੇਦਾਵਾ ਦੇ ਆਏ ਸਿੰਘਾਂ ਦੀ ਅਗਵਾਈ ਕਰਕੇ ਟੁੱਟੀ ਗੰਢ ਸਕਦੀ ਸੀ, ਤਾਂ ਇਹ ਕਿਉਂ ਨਹੀਂ ਸਨ ਕੁਝ ਕਰ ਸਕਦੀਆਂ? ਸਿੱਖ ਧਰਮ ਵਿੱਚ ਸਿੱਖ ਬੀਬੀਆਂ ਨੂੰ ਬਹੁਤ ਉੱਚਾ ਦਰਜਾ ਪ੍ਰਾਪਤ ਹੈ, ਪਰ ਇਸ ਧਰਮ ਦੇ ਅਹਿਸਾਨਮੰਦ ਹੋਣ ਦੀ ਥਾਂ ਇਹ ਉਸ ਧਰਮ ਵੱਲ ਵੱਧ ਪ੍ਰੇਰਿਤ ਹੋਈਆਂ ਹਨ ਜਿੱਥੇ ਔਰਤ ਨੂੰ ਪੈਰ ਦੀ ਜੁੱਤੀ ਤੋਂ ਵੱਧ ਕੁਝ ਨਹੀਂ ਸਮਝਿਆ ਜਾਂਦਾ। ਇਹ ਫਰਮਾਇਸ਼ ਕਰਦੀਆਂ ਹਨ ਆਪਣੇ ਪਿਓ ਨੂੰ, ਤੇ ਉਹ ਰੱਚੜ 3 ਗਿੱਠ ਲੰਮੀ ਦਾੜੀ ਲੈ ਕੇ, ਗਾਤਰੇ ਕਿਰਪਾਨ ਪਾ ਕੇ, ਹੱਥ ਵਿੱਚ ਝੋਲਾ ਫੜ ਕੇ ਇਹਨਾਂ ਲਈ ਕਰਵਾ ਚੌਥ ਤੇ ਹੋਰ ਕਈ ਤਰ੍ਹਾਂ ਦੇ ਵਰਤ ਰੱਖਣ ਲਈ ਬਾਜ਼ਾਰੋਂ ਫੇਣੀਆਂ ਤੇ ਖੇਹ ਸੁਆਹ ਖਰੀਦਦਾ ਰਹਿੰਦਾ ਹੈ। ਅੱਜ ਇਹਨਾਂ ਸ਼ਹਿਰੀ ਲੋਕਾਂ ਨੇ ਰਲ ਮਿਲ ਕੇ ਸਿੱਖ ਧਰਮ ਨੂੰ ਹਾਸੋਹੀਣਾ ਬਣਾ ਧਰਿਆ ਹੈ। ਵੀਰੋ ਕੁੜੀਏ ਕਰਵੜਾ ਵਾਹਣ ਪੈਰ ਪਾਈ ਨਾ, ਸੁੱਤੇ ਨੂੰ ਜਗਾਈ ਨਾ। ਜਦੋਂ ਇਹ ਸਾਰੇ ਖੇਖਣ ਹੋ ਰਹੇ ਹੁੰਦੇ ਹਨ ਤਾਂ ਘਰ ਦੇ ਮਰਦ ਵੀ ਕੁੱਤੇ ਵਾਂਗ ਦੰਦੀਆਂ ਕੱਢ ਕੱਢ ਕੇ ਹੱਸ ਰਹੇ ਹੁੰਦੇ ਹਨ। ਗੁਰਦੁਆਰੇ ਦੇ ਭਾਈ ਗੁਰਦੁਆਰਿਆਂ ਵਿੱਚ ਵੀਰੋ ਕੁੜੀ ਦੀ ਕਥਾ ਸੁਣਾਉਂਦੇ ਹਨ। ਮੇਰੇ ਪਿੰਡ ਦੇ ਗੁਰਦੁਆਰੇ ਵਿੱਚ ਭਾਈ ਹਰਨਾਮ ਸਿੰਘ ਨੇ ਵੀਰੋ ਕੁੜੀ ਦੀ ਕਥਾ ਸ਼ਰੇਆਮ ਸੁਣਾਈ ਸੀ। ਲਾਹਨਤ ਹੈ ਇਹੋ ਜਿਹੇ ਸਿੱਖਾਂ ਦੇ ਝੂਠ ਕਿਸੇ ਥਾਂ ਦੀ। ਜਿਹੜੀਆਂ ਸਿੱਖ ਬੀਬੀਆਂ ਇਹ ਸਾਰੇ ਬ੍ਰਾਹਮਣਵਾਦੀ ਟਸ਼ਨ ਕਰਦੀਆਂ ਹਨ, ਉਹ ਸਭ ਕਿਰਤਗਣ ਹਨ, ਜਿਨ੍ਹਾਂ ਨੇ ਸਿੱਖ ਧਰਮ ਵਿੱਚ ਕੋਈ ਪਾਬੰਦੀ ਨਹੀਂ, ਫਿਰ ਵੀ ਇਹ ਹਿੰਦੂ ਔਰਤਾਂ ਦੀ ਵੇਖਾ ਵੇਖੀ ਭੱਜ ਭੱਜ ਕੇ ਹਿੰਦੂ ਧਰਮ ਵੱਲ ਚਲੀਆਂ ਗਈਆਂ ਹਨ, ਤੇ ਅੱਜ ਸਿੱਖ ਸਮੇਤ ਇਹ ਵੀ ਹਿੰਦੂ ਅਜਗਰ ਦੇ ਮੂੰਹ ਵਿੱਚ ਹਨ। ਸਿਰਲੇਖ ਜਦੋਂ ਸਿੱਖਾਂ ਤੇ ਇਹੋ ਜਿਹੇ ਮੁਕੱਦਮੇ ਵੀ ਬਣੇ। ਮੇਰੇ ਤੇ ਇੱਕ ਕੇਸ 153(b) ਅਧੀਨ ਦਰਜ ਕੀਤਾ ਗਿਆ, ਜਿਸ ਦਾ ਮਤਲਬ ਹੁੰਦਾ ਹੈ ਰਾਸ਼ਟਰੀ ਏਕਤਾ ਤੇ ਉਲਟ ਪ੍ਰਭਾਵ ਪਾਉਣ ਵਾਲੇ ਲੱਛਣ ਤੇ ਭਾਸ਼ਣ ਕਰਨਾ। ਜੇ ਦੋਸ਼ ਸਿੱਧ ਹੋ ਜਾਵੇ ਤਾਂ 3 ਸਾਲ ਦੀ ਜੇਲ੍ਹ ਜਾਂ ਜੁਰਮਾਨਾ ਤੇ ਜਾਂ ਦੋਵੇਂ ਹੋ ਸਕਦੇ ਹਨ। ਇਸ ਕੇਸ ਵਿੱਚ ਮੇਰੀ ਜ਼ਮਾਨਤ ਹੋ ਚੁੱਕੀ ਸੀ, ਪਰ ਜਦੋਂ ਮੈਂ ਇੱਕ ਹੋਰ ਕੇਸ 212/216 ਦੀ ਤਾਰੀਖ ਭੁਗਤਣ ਗਿਆ ਤਾਂ ਜੱਜ ਨੇ ਮੇਰੇ ਇਹ ਦੋਵੇਂ ਕੇਸ ਵਿਸ਼ੇਸ਼ ਜੱਜ ਦੀ ਅਦਾਲਤ ਵਿੱਚ ਭੇਜ ਦਿੱਤੇ ਤੇ ਮੈਨੂੰ ਉਸ ਅਦਾਲਤ ਵਿੱਚ ਪੇਸ਼ ਹੋਣ ਦੀ ਹਦਾਇਤ ਕਰਕੇ ਅਗਲੀ ਤਾਰੀਖ ਪਾ ਦਿੱਤੀ। ਸਰਕਾਰੀ ਵਕੀਲ ਨੇ ਮੇਰੀ ਜ਼ਮਾਨਤ ਵੀ ਰੱਦ ਕਰਨ ਦੀ ਦਰਖਾਸਤ ਦਿੱਤੀ, ਪਰ ਜੱਜ ਸਾਹਿਬ ਨੇ ਕਿਹਾ ਕਿ ਜਿਨ੍ਹਾਂ ਕੇਸਾਂ ਵਿੱਚ ਇੱਕ ਵਾਰ ਜ਼ਮਾਨਤ ਹੋ ਜਾਵੇ ਤੇ ਮੁਲਜ਼ਮ ਬਾਕਾਇਦਾ ਪੇਸ਼ੀ ਤੇ ਹਾਜ਼ਰ ਹੋ ਰਿਹਾ ਹੋਵੇ ਤਾਂ ਜ਼ਮਾਨਤ ਰੱਦ ਕਿਉਂ ਕੀਤੀ ਜਾਵੇ।
ਇਸ ਤਰ੍ਹਾਂ ਜ਼ਮਾਨਤਾਂ ਕਾਇਮ ਰਹੀ ਪਰ ਅਦਾਲਤ ਬਦਲ ਗਈ। ਸੋ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।